ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਚ ਸੋ ਹੈ ਸਿਰ ਪੱਗ ਜਿਉ, ਕੋਝਾ ਕੂੜ ਕੁਥਾਏ ਕਛੋਟਾ। ਸੱਚ ਸਤਾਣਾ ਸਾਰ ਦੂਲ, ਕੂੜ ਜਿਵੈ ਹੀਣਾ ਹਰਣੋਟਾ। ਲਾਹਾ ਸੱਚ ਵਣੰਜੀਐ, ਕੂੜ ਕੇ ਵਣਜਹੁ ਆਵੈ ਤੋਟਾ। ਸੱਚ ਖਰਾ ਸਾ ਬਾਸ ਹੈ, ਕੂੜ ਨ ਚੱਲੈ ਦਮੜਾ ਖੋਟਾ। ਤਾਰੇ ਲਖ ਅਮਾਵਸੈ, ਘੇਰ ਅਨੇਰ ਚਨਾਇਣ ਹੋਟਾ। ਸੂਰਜ ਇਕ ਚੜ੍ਹੰਦਿਆ, ਹੋਏ ਅਠ ਖੰਡ ਪਵੈ ਫਲ ਫੋਟਾ। ਕੂੜ ਸੱਚ ਜਿਉ ਵਟ ਘਣੋਟਾ, ਕੂੜ ਸੱਚ ਜਿਉ ਵਟ ਘੜੋਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚੋਂ ਆਪ ਜੀ ਨੇ 30ਵੀਂ ਵਾਰ ਦੀ 7ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਇਸ 30ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸੱਚ ਤੇ ਝੂਠ ਦੀ ਗੱਲ ਕਰਦੇ ਹੈ। ਸੱਚ ਦੀਆਂ ਸਿਫਤਾਂ ਹਨ, ਝੂਠ ਨੂੰ ਕੋਈ ਨਹੀਂ ਪੁੱਛਦਾ। ਝੂਠ ਨਾਸ਼ ਹੋ ਜਾਂਦਾ ਹੈ, ਸੱਚ ਸਦਾ ਹੀ ਸਥਿਰ ਰਹਿੰਦਾ ਹੈ। ਗੁਰਮੁਖ ਸਦਾ ਹੀ ਸੱਚ ਬੋਲਦੇ ਹੈ, ਸੱਚਾ ਪਰਮੇਸ਼ਰ ਦਾ ਨਾਮ ਜਪਦੇ ਹੈ, ਇਸ ਲਈ ਉਹ ਸਦਾ ਸੁਖੀ ਰਹਿੰਦੇ ਹੈ। ਮਨਮੁਖ ਕੂੜ ਝੂਠ ਬੋਲਦੇ ਹੈ, ਝੂਠ ਉਹਨਾਂ ਨੂੰ ਸਦਾ ਹੀ ਦੁੱਖ ਦਿੰਦਾ ਹੈ। ਸੱਚ ਦੀ ਸ਼ੋਭਾ ਹੈ, ਸੱਚ ਸਦਾ ਹੀ ਨਵਾਂ ਹੈ। ਸੋ ਆਓ ਭਾਈ ਗੁਰਦਾਸ ਸਾਹਿਬ ਜੀ 30ਵੀਂ ਵਾਰ ਦੀ 7ਵੀਂ ਪੌੜੀ ਦੇ ਵਿੱਚ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਸੱਚ ਬਲਵਾਨ ਹੈ, ਤਾਕਤ ਵਾਲਾ ਹੈ। ਵਾਹਿਗੁਰੂ ਸਾਹਿਬ ਜੀ। ਸੱਚ ਸੋ ਹੈ ਸਿਰ ਪੱਗ ਜਿਉ, ਕੋਝਾ ਕੂੜ ਕੁਥਾਏ ਕਛੋਟਾ। ਭਾਈ ਗੁਰਦਾਸ ਸਾਹਿਬ ਜੀ ਉਦਾਹਰਣਾਂ ਦੇ ਦੇ ਕੇ ਸਮਝਾਉਂਦੇ ਹੈ ਕਿ ਜਿਹੜਾ ਸੱਚ ਹੈ ਇਹ ਸਿਰ ਦੀ ਪੱਗ ਵਾਂਗੂ ਸ਼ੋਭਾ ਪਾਉਂਦਾ ਹੈ। ਜਿਵੇਂ ਪੱਗ ਸਿਰ ਦੇ ਉੱਤੇ ਬੰਨ੍ਹੀ ਦੀ ਹੈ,
ਪੱਗ ਸ਼ੋਭਾ ਹੈ, ਇੱਜ਼ਤ ਹੈ, ਮਾਣ ਵਡਿਆਈ ਹੈ। ਸੱਚ ਸਿਰ ਦੀ ਪੱਗ ਵਾਂਗੂ ਸਦਾ ਹੀ ਸ਼ੋਭਦਾ ਹੈ। ਕੋਝਾ ਕੂੜ ਕੁਥਾਏ ਕਛੋਟਾ, ਤੇ ਜਿਹੜਾ ਝੂਠ ਹੈ ਉਹ ਕੋਝੇ ਲੰਗੋਟ ਵਾਂਗੂ ਅਪਵਿੱਤਰ ਜਗ੍ਹਾ 'ਤੇ ਜਾ ਲੱਗਦਾ ਹੈ। ਲੰਗੋਟ ਤੇੜ ਬੰਨੀਦਾ ਹੈ ਅਤੇ ਪੱਗ ਸਿਰ 'ਤੇ ਰੱਖੀ ਦੀ ਹੈ। ਸੱਚ ਪੱਗ ਵਰਗਾ ਹੈ ਅਤੇ ਝੂਠ ਉਸ ਲੰਗੋਟ ਵਰਗਾ ਹੈ ਜਿਹੜਾ ਅਪਵਿੱਤਰ ਜਗ੍ਹਾ 'ਤੇ ਜਾ ਲੱਗਦਾ ਹੈ। ਸੱਚ ਸਤਾਣਾ ਸਾਰ ਦੂਲ, ਕੂੜ ਜਿਵੈ ਹੀਣਾ ਹਰਨ ਓਟਾ। ਸੱਚ ਜਿਹੜਾ ਹੈ ਉਹ ਬਲ ਵਾਲੇ ਸ਼ੇਰ ਵਾਂਗੂ ਹੈ। ਜਿਵੇਂ ਤਾਕਤਵਰ ਬਲਵਾਨ ਕਿਹਰੀ ਸ਼ੇਰ ਹੁੰਦਾ ਹੈ, ਸੱਚ ਉਹਦੇ ਵਰਗਾ ਹੈ। ਝੂਠ ਨਿਰਬਲ ਹਿਰਨ ਦੇ ਬੱਚੇ ਵਰਗਾ ਹੈ। ਸ਼ੇਰ ਦੇ ਸਾਹਮਣੇ ਹਿਰਨ ਦਾ ਬੱਚਾ ਟਿਕਦਾ ਨਹੀਂ, ਇਸੇ ਤਰ੍ਹਾਂ ਸੱਚ ਦੇ ਸਾਹਮਣੇ ਝੂਠ ਕਦੇ ਵੀ ਟਿਕਦਾ ਨਹੀਂ ਹੁੰਦਾ। ਸੱਚ ਸੱਚ ਹੀ ਰਹਿੰਦਾ ਹੈ, ਝੂਠ ਜਿਹੜਾ ਹੈ ਉਹ ਵਿਨਸ਼ ਜਾਂਦਾ ਹੈ, ਖਤਮ ਹੋ ਜਾਂਦਾ, ਨਾਸ਼ ਹੋ ਜਾਂਦਾ ਹੈ। ਤੋ ਜਿਹੜੇ ਸੱਚ ਬੋਲਦੇ ਹੈ, ਸੱਚ ਮਾਰਗ 'ਤੇ ਚੱਲਦੇ ਹੈ, ਉਹ ਸ਼ੇਰ ਵਾਂਗ ਬਲਵਾਨ ਹਨ, ਤਾਕਤ ਵਾਲੇ ਨੇ। ਅਤੇ ਜਿਹੜੇ ਝੂਠ ਦੇ ਆਸਰੇ ਚੱਲਦੇ ਨੇ ਉਹ ਨਿਰਬਲ ਹਿਰਨ ਦੇ ਬੱਚੇ ਵਾਂਗ ਹਨ। ਸੋ ਉਹ ਬਹੁਤਾ ਸਮਾਂ ਸੱਚ ਦੇ ਸਾਹਮਣੇ ਟਿਕ ਨਹੀਂ ਸਕਦੇ। ਲਾਹਾ ਸੱਚ ਵਣੰਜੀਐ, ਕੂੜ ਕੇ ਵਣਜਹੁ ਆਵੈ ਤੋਟਾ। ਸੱਚ ਦਾ ਵਪਾਰ ਕਰਨ ਦੇ ਨਾਲ ਸਦਾ ਹੀ ਲਾਹਾ ਖੱਟੀਦਾ ਹੈ, ਅਤੇ ਕੂੜ ਦਾ ਜਿਹੜੇ ਝੂਠ ਦਾ ਵਪਾਰ ਕਰਦੇ ਹੈ ਆਵੈ ਤੋਟਾ, ਉਹਨਾਂ ਨੂੰ ਸਦਾ ਤੋਟਾ ਹੀ ਭਾਵ ਘਾਟਾ ਹੀ ਘਾਟਾ ਆਉਂਦਾ ਹੈ। ਸੱਚ ਬੰਦਾ ਸੱਚ ਬੋਲੇ, ਧਰਮ ਦੀ ਕਿਰਤ ਕਰੇ, ਸੱਚ ਦਾ ਵਪਾਰ ਕਰੇ, ਉਹਦਾ ਮਨ ਵੀ ਸੰਤੋਖੀ ਰਹਿੰਦਾ ਹੈ, ਮਨ ਵਿੱਚ ਸਕੂਨ ਹੈ, ਸੁਖੀ ਹੈ। ਅਤੇ ਕੂੜ ਦਾ ਵਪਾਰ ਜਿਹੜੇ ਕਰਦੇ ਆ ਉਹ ਸਦਾ ਦੁਖੀ ਰਹਿੰਦੇ ਹੈ, ਸਦਾ ਹੀ ਉਹਨਾਂ ਨੂੰ ਘਾਟਾ ਪੈਂਦਾ ਹੈ। ਸੱਚ ਖਰਾ ਸਾਬਾਸ ਹੈ, ਕੂੜ ਨਾ ਚੱਲੈ ਦਮੜਾ ਖੋਟਾ। ਸੱਚ ਖਰਾ ਹੈ ਔਰ ਸੱਚ ਕਰਕੇ ਸਦਾ ਹੀ ਸ਼ਾਬਾਸ਼ ਮਿਲਦੀ ਹੈ। ਜਿਹੜੇ ਸੱਚ ਨੂੰ ਧਾਰਨ ਕਰਦੇ ਹੈ, ਲੋਕ ਪਰਲੋਕ ਵਿੱਚ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ, ਮਾਣ ਸਤਿਕਾਰ ਮਿਲਦਾ ਹੈ। ਕੂੜ ਨਾ ਚੱਲੈ ਦਮੜਾ ਖੋਟਾ, ਅਤੇ ਜਿਹੜਾ ਕੂੜ ਝੂਠ ਹੈ ਉਹ ਖੋਟੇ ਰੁਪਈਏ ਵਾਂਗੂ ਹੈ, ਉਹ ਬਾਜ਼ਾਰ ਵਿੱਚ ਦੁਕਾਨਾਂ ਦੇ ਉੱਤੇ ਚੱਲਦਾ ਨਹੀਂ। ਸੋ ਇੱਕ ਖਰਾ ਹੁੰਦਾ, ਇੱਕ ਖੋਟਾ ਹੁੰਦਾ। ਖਰੇ ਤੋਂ ਭਾਵ ਅਸਲੀ, ਖੋਟੇ ਤੋਂ ਭਾਵ ਨਕਲੀ। ਅਸਲੀ ਕਰੰਸੀ ਜਿਹੜੀ ਹੈ ਉਹੀ ਖਜ਼ਾਨੇ ਵਿੱਚ ਪੈਂਦੀ ਹੈ, ਨਕਲੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਹੁੰਦੀ। ਜਿਹੜਾ ਸੱਚਾ ਬੰਦਾ ਹੈ ਉਹੀ ਗੁਰੂ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਝੂਠਾ ਕਦੇ ਵੀ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਗੁਰੂ ਇਹੋ ਜਿਹਾ ਸਰਾਫ ਹੈ, ਗੁਰੂ ਝੱਟ ਹੀ ਪਛਾਣ ਲੈਂਦਾ ਹੈ ਸੱਚਾ ਕਿਹੜਾ ਹੈ ਅਤੇ ਝੂਠਾ ਕਿਹੜਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸੱਚ ਦੇ ਲੜ ਲਾਇਆ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਸੱਚ ਜਿਹੜਾ ਹੈ ਉਹ ਖਰਾ ਹੈ ਔਰ ਸੱਚ ਕਰਕੇ ਹੀ ਮਨੁੱਖ ਨੂੰ ਸ਼ਾਬਾਸ਼ ਮਿਲਦੀ ਹੈ। ਝੂਠ ਤਾਂ ਖੋਟਾ ਦਮੜਾ ਹੈ, ਜਿਹੜਾ ਕਿਤੇ ਵੀ ਚੱਲਦਾ ਨਹੀਂ, ਨਾ ਉਹਦੇ ਤੋਂ ਕੁਝ ਸੌਦਾ ਖਰੀਦਿਆ ਜਾ ਸਕਦਾ, ਨਾ ਉਹਦੇ ਤੋਂ ਕੁਝ ਲਾਭ ਪ੍ਰਾਪਤ ਹੋ ਸਕਦਾ ਹੈ। ਸੋ ਗੁਰੂ ਪਰਮੇਸ਼ਰ ਦੇ ਦਰ 'ਤੇ ਖੋਟੇ ਦਮੜੇ ਵਾਲਾ ਜਿਹੜਾ ਮਨੁੱਖ ਹੈ, ਖੋਟੇ ਰੁਪਈਏ ਵਰਗਾ, ਝੂਠ ਨੂੰ ਗ੍ਰਹਿਣ ਕਰਨ ਵਾਲਾ, ਉਹ ਕਦੇ ਵੀ ਪ੍ਰਵਾਨ ਨਹੀਂ ਹੁੰਦਾ। ਤਾਰੇ ਲੱਖ ਅਮਾਵਸੈ, ਘੇਰ ਅਨੇਰ ਚਨਾਇਣ ਹੋਟਾ।
ਤਾਰੇ ਲੱਖ ਅਮਾਵਸ ਹੈ। ਅਮਾਵਸ ਭਾਵ ਮੱਸਿਆ ਦੀ ਰਾਤ ਨੂੰ ਲੱਖਾਂ ਹੀ ਤਾਰੇ ਆਕਾਸ਼ ਵਿੱਚ ਹੁੰਦੇ ਹੈ। ਘੇਰ ਹਨੇਰ, ਹਨੇਰੇ ਦੇ ਘੇਰ ਕਰਕੇ, ਹਨੇਰੇ ਦੇ ਘੇਰੇ ਕਰਕੇ ਚਨਾਇਣ ਹੋਟਾ, ਚਾਨਣ ਹਟਿਆ ਰਹਿੰਦਾ ਹੈ। ਚਾਨਣ ਜਿਹੜਾ ਨਾ ਉਹ ਢੱਕਿਆ ਰਹਿੰਦਾ ਹੈ। ਲੱਖਾਂ ਹੀ ਤਾਰੇ ਆਕਾਸ਼ ਵਿੱਚ ਹਨ ਮੱਸਿਆ ਦੀ ਰਾਤ ਨੂੰ, ਪਰ ਚਾਨਣ ਨਹੀਂ ਉਹ ਦੇ ਪਾਉਂਦੇ। ਝੂਠ ਜਿਹੜਾ ਨਾ ਉਹ ਲੱਖਾਂ ਤਾਰਿਆਂ ਵਰਗਾ ਹੈ। ਮੱਸਿਆ ਦੀ ਰਾਤ ਨੂੰ ਲੱਖਾਂ ਹੀ ਤਾਰੇ ਆਕਾਸ਼ ਵਿੱਚ ਹੋਣ, ਪਰ ਉਹਨਾਂ ਦਾ ਕੋਈ ਚਾਨਣ ਨਹੀਂ ਹੈ। ਦਿਖਦੇ ਜ਼ਰੂਰ ਨੇ ਟਿਮਟਿਮਾਉਂਦੇ ਆਕਾਸ਼ ਵਿੱਚ, ਪਰ ਉਹ ਹੇਠਾਂ ਜ਼ਮੀਨ 'ਤੇ ਧਰਤੀ 'ਤੇ ਚਾਨਣ ਨਹੀਂ ਦੇ ਸਕਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਘੇਰ ਹਨੇਰ, ਇਹ ਪਾਠ ਘੇਰ ਹੈ ਵੀ ਹਨੇਰੇ ਦੇ ਘੇਰੇ ਵਿੱਚ ਚਾਨਣ ਢਕਿਆ ਹੀ ਰਹਿੰਦਾ, ਹਟਿਆ ਹੀ ਰਹਿੰਦਾ ਹੈ। ਸੂਰਜ ਇੱਕ ਚੜ੍ਹੰਦਿਆਂ ਹੋਏ 8 ਖੰਡ ਪਵੈ ਫਲ ਫੋਟਾ। ਪਰ ਇੱਕ ਸੂਰਜ ਦੇ ਚੜ੍ਹਨ ਨਾਲ ਹਨੇਰਾ 8 ਖੰਡ 8 ਟੋਟੇ ਹੋ ਕੇ ਫੁੱਟ ਪੈਂਦਾ ਹੈ, ਭਾਵ ਦੂਰ ਹੋ ਜਾਂਦਾ ਹੈ। ਇੱਕ ਸੂਰਜ ਚੜ੍ਹ ਜਾਏ, ਹਨੇਰੇ ਦੇ 8 ਟੁਕੜੇ ਹੋ ਜਾਂਦੇ। 8 ਟੁਕੜਿਆਂ ਦਾ ਭਾਵ ਅਰਥ ਹੈ ਵੀ ਹਨੇਰਾ ਖਤਮ ਹੋ ਜਾਂਦਾ ਹੈ। ਤਾਰੇ ਭਾਵਾਂ ਲੱਖਾਂ ਸਨ ਆਕਾਸ਼ ਵਿੱਚ, ਪਰ ਉਹ ਚਾਨਣ ਦੇਣ ਦੇ ਸਮਰੱਥ ਨਹੀਂ। ਸੂਰਜ ਇੱਕੋ ਹੀ ਚੜ੍ਹਿਆ, ਉਹਨੇ ਸਾਰਾ ਹਨੇਰਾ ਦੂਰ ਕਰ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਸੱਚ ਹੈ ਉਹ ਸੂਰਜ ਵਰਗਾ ਹੈ, ਚਾਨਣ ਦੇਣ ਵਾਲਾ, ਅਤੇ ਜਿਹੜਾ ਝੂਠ ਹੈ ਉਹ ਤਾਰਿਆਂ ਵਰਗਾ ਹੈ। ਇੱਕ ਝੂਠ ਲੱਖਾਂ ਤਾਰਿਆਂ ਦੇ ਉੱਤੇ ਭਾਰੂ ਹੈ। ਲੱਖਾਂ ਤਾਰੇ ਮਿਲ ਕੇ ਵੀ ਇੱਕ ਸੂਰਜ ਜਿੰਨਾ ਪ੍ਰਕਾਸ਼ ਨਹੀਂ ਕਰ ਸਕਦੇ। ਲੱਖਾਂ ਹੀ ਝੂਠ ਇੱਕ ਸੱਚ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦੇ। ਬੰਦਾ ਚਾਨਣ ਵਿੱਚ ਚੱਲਣ ਨੂੰ ਚਾਹੇਗਾ, ਠੋਕਰ ਨਾ ਲੱਗੇ, ਠੇਡਾ ਨਾ ਲੱਗੇ, ਡਿੱਗੇ ਨਾ। ਰੌਸ਼ਨੀ ਵਿੱਚ ਚੱਲਿਆ ਬੰਦਾ ਕਦੇ ਡਿੱਗਦਾ ਨਹੀਂ, ਅਤੇ ਹਨੇਰੇ ਵਿੱਚ ਠੇਡੇ ਲੱਗਦੇ ਨੇ। ਤੋ ਜਿਹੜੇ ਝੂਠ ਅਤੇ ਝੂਠ ਦੇ ਆਸਰੇ ਜੀਵਨ ਜਿਉਣਾ ਚਾਹੁੰਦੇ ਹੈ, ਉਹ ਹਨੇਰੇ ਵਿੱਚ ਚੱਲਣ ਦੀ ਨਿਆਈ ਹਨ। ਠੇਡੇ ਲੱਗ ਕੇ ਡਿੱਗਣਗੇ, ਡੂੰਘੇ ਟੋਏ ਵਿੱਚ ਡਿੱਗ ਜਾਣਗੇ, ਨੁਕਸਾਨ ਕਰਾਉਣਗੇ। ਪਰ ਜਿਹੜੇ ਸੱਚ ਦਾ ਆਸਰਾ ਲੈ ਕੇ ਚੱਲਦੇ ਆ, ਉਹ ਸੂਰਜ ਦੀ ਰੌਸ਼ਨੀ ਵਿੱਚ ਚੱਲਣ ਦੀ ਨਿਆਈ ਹਨ। ਵੇਖ ਕੇ ਚੱਲਦੇ ਹੈ, ਇੱਕ ਇੱਕ ਕਦਮ ਦੇਖ ਕੇ ਰੱਖਦੇ ਹੈ। ਤੋ ਸੱਚ ਸੂਰਜ ਵਰਗਾ ਹੈ ਅਤੇ ਝੂਠ ਤਾਰਿਆਂ ਵਰਗਾ। ਕੂੜ ਸੱਚ ਜਿਉਂ ਵੱਟ ਘੜੋਟਾ। ਵੱਟ ਦਾ ਅਰਥ ਵੱਟਾ ਅਤੇ ਘੜੋਟਾ ਘੜਾ। ਭਾਈ ਸਾਹਿਬ ਜੀ ਕਹਿੰਦੇ ਨੇ ਝੂਠ ਅਤੇ ਸੱਚ ਦਾ ਵੈਰ ਘੜੇ ਅਤੇ ਵੱਟੇ ਵਰਗਾ ਹੈ। ਘੜੇ ਅਤੇ ਵੱਟੇ ਦਾ ਵੈਰ ਹੈ। ਵੱਟਾ ਕੀ ਹੈ? ਸੱਚ। ਅਤੇ ਝੂਠ ਕੀ ਹੈ? ਘੜਾ। ਘੜਾ ਭਾਵੇਂ ਪੱਥਰ ਦੇ ਵੱਟੇ ਦੇ ਉੱਤੇ ਡਿੱਗੇ ਤਾਂ ਵੀ ਘੜਾ ਟੁੱਟਣਾ ਹੈ। ਜੇ ਵੱਟੇ ਦੇ ਉੱਤੇ ਘੜਾ ਡਿੱਗਿਆ, ਘੜੇ ਦਾ ਨੁਕਸਾਨ। ਜੇ ਘੜਾ ਵੱਟੇ 'ਤੇ ਡਿੱਗਿਆ, ਜਾਂ ਵੱਟਾ ਉੱਤੋਂ ਛੱਡੀਏ ਘੜੇ 'ਤੇ ਡਿੱਗੇ, ਜਾਂ ਵੱਟਾ ਹੇਠਾਂ ਰੱਖਿਆ ਹੋਵੇ ਉੱਤਰੋਂ ਘੜਾ ਹੇਠਾਂ ਸੁੱਟੀਏ, ਨੁਕਸਾਨ ਘੜੇ ਦਾ ਹੀ ਹੈ। ਘੜੇ ਨੇ ਟੁੱਟ ਜਾਣਾ ਹੈ। ਵੱਟਾ ਪੱਕਾ ਹੈ, ਮਜ਼ਬੂਤ ਹੈ। ਸੱਚ ਜਿਹੜਾ ਨਾ ਉਹ ਪੱਕਾ ਹੈ। ਸੱਚ ਅਤੇ ਝੂਠ ਦਾ ਜਿਹੜਾ ਵੈਰ ਹੈ ਘੜੇ ਅਤੇ ਵੱਟੇ ਵਰਗਾ ਹੈ। ਪੱਥਰ ਦੇ ਵੱਟੇ ਦੇ ਸਾਹਮਣੇ ਘੜਾ ਟਿਕਦਾ ਨਹੀਂ, ਸੱਚ ਦੇ ਸਾਹਮਣੇ ਝੂਠ ਕਦੇ ਵੀ ਨਹੀਂ ਟਿਕਦਾ ਹੈ। ਅਗਲੀ 8ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਸੱਚ ਅਤੇ ਝੂਠ ਦਾ ਹੋਰ ਨਿਰਣਾ ਕਰਕੇ ਦੱਸਦੇ ਹੈ। ਸੋਹਣੇ ਸਾਮਰ ਤਖ ਜਿਉ ਕੂੜ ਸੱਚ ਵਰਤੈ ਵਰਤਾਰਾ। ਝੂਠ ਅਤੇ ਸੱਚ ਦਾ ਜਿਹੜਾ ਵਰਤਾਰਾ ਹੈ
ਇਹ ਸੁਪਨੇ ਤੇ ਪ੍ਰਤੱਖ ਦੇ ਵਰਤਾਰੇ ਵਾਂਗੂ ਵਰਤਦਾ ਹੈ। ਸੁਪਨਾ ਬੰਦਾ ਜਦੋਂ ਰਾਤ ਨੂੰ ਸੌਂਦਾ ਹੈ, ਸੁਪਨਾ ਆਉਂਦਾ ਹੈ, ਜੋ ਕੁਝ ਸੁਪਨੇ ਵਿੱਚ ਵੇਖ ਰਿਹਾ, ਜੋ ਕੁਝ ਕਰ ਰਿਹਾ, ਉਹ ਸਾਰਾ ਝੂਠ ਹੈ। ਜਿਹੜਾ ਕੂੜ ਹੈ ਨਾ, ਉਹ ਸੁਪਨੇ ਦੇ ਪਦਾਰਥਾਂ ਵਾਂਗੂ ਹੈ, ਤੇ ਜਿਹੜਾ ਸੱਚ ਹੈ ਉਹ ਪ੍ਰਤੱਖ ਪਦਾਰਥਾਂ ਵਾਂਗੂ ਹੈ। ਸੁਪਨੇ ਵਿੱਚ ਕਿਸੇ ਨੂੰ ਕੁਝ ਪ੍ਰਾਪਤ ਹੋਇਆ, ਕੁਝ ਮਾਇਆ, ਕੋਈ ਧਨ ਦੌਲਤ, ਜਾਂ ਸੁਪਨੇ 'ਚ ਵਡਿਆਈ ਮਿਲੀ, ਜਦੋਂ ਅੱਖ ਖੁੱਲ੍ਹਦੀ ਹੈ ਪਤਾ ਲੱਗਦਾ ਇਹ ਤਾਂ ਸਾਰਾ ਝੂਠ ਸੀ। ਤੇ ਜੇ ਪ੍ਰਤੱਖ ਸੰਸਾਰ ਦੇ ਵਿੱਚ ਵੇਖੀਏ, ਬੰਦੇ ਨੂੰ ਧਨ ਦੌਲਤ ਪ੍ਰਾਪਤ ਹੋਵੇ, ਉਹਦੇ ਤੋਂ ਕਾਰਜ ਸਰੇਗਾ ਜਾਂ ਕੋਈ ਵਡਿਆਈ ਮਿਲੇ, ਉਹ ਪ੍ਰਤੱਖ ਦੁਨੀਆ ਦੇ ਸਾਹਮਣੇ ਹੈ। ਸੱਚ ਤੇ ਝੂਠ ਦਾ ਵਰਤਾਰਾ ਇਸ ਤਰ੍ਹਾਂ ਦਾ ਹੈ ਜਿਵੇਂ ਸੰਸਾਰ ਦਾ ਵਰਤਾਰਾ ਤੇ ਸੁਪਨੇ ਦਾ ਵਰਤਾਰਾ। ਝੂਠ ਜਿਹੜਾ ਹੈ ਉਹ ਸੁਪਨੇ ਵਰਗਾ ਹੈ, ਤੇ ਸੱਚ ਪ੍ਰਤੱਖ ਹੈ, ਸਾਹਮਣੇ ਹੈ ਸੰਸਾਰ ਦੇ ਵਿੱਚ। ਹਰ ਚੰਦੌਰੀ ਨਗਰ ਵਾਂਗ ਕੂੜ ਸੱਚ ਪ੍ਰਗਟ ਪਹਾਰਾ। ਜਿਹੜਾ ਝੂਠ ਹੈ ਇਹ ਹਰ ਚੰਦੌਰੀ ਗੰਧਰਵ ਨਗਰੀ ਵਾਂਗੂ ਹੈ। ਗੰਧਰਵ ਨਗਰੀ ਕਹਿੰਦੇ ਆ ਜਿਹੜੀ ਝੂਠੀ ਕਾਲਪਨਿਕ ਹੈ, ਜਾਂ ਇਉਂ ਸਮਝ ਲਓ ਵੀ ਜਿਵੇਂ ਕਈ ਵਾਰਾਂ ਆਕਾਸ਼ ਦੇ ਵਿੱਚ ਚਿੱਟੇ ਬੱਦਲਾਂ ਦੀ ਕੋਈ ਨਗਰੀ ਬਣ ਜਾਂਦੀ ਹੈ, ਉਹ ਝੂਠ ਦੀ ਹੈ, ਉਹ ਸੱਚੀ ਨਹੀਂ। ਜਿਹੜਾ ਝੂਠ ਹੈ ਉਹ ਗੰਧਰਵ ਨਗਰੀ ਵਾਂਗੂ ਹੈ, ਤੇ ਜਿਹੜਾ ਸੱਚ ਹੈ ਪ੍ਰਗਟ ਪਹਾੜਾ, ਉਹ ਪ੍ਰਤੱਖ ਪਹਾੜ ਵਾਂਗੂ ਹੈ। ਸਾਹਮਣੇ ਜੋ ਕੁਝ ਦਿਸ ਰਿਹਾ ਅੱਖਾਂ ਦੇ, ਉਹ ਉਹਨੇ ਪ੍ਰਤੱਖ ਉਸੇ ਤਰ੍ਹਾਂ ਰਹਿਣਾ ਹੈ। ਸੋ ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਾਣੋ ਝੂਠ ਗੰਧਰਵ ਨਗਰੀ ਵਾਂਗੂ ਹੈ ਤੇ ਸੱਚ ਪਹਾੜ ਵਾਂਗੂ ਪ੍ਰਗਟ ਹੈ। ਨਦੀ ਪਛਾਵਾਂ ਮਾਨਸਾ, ਸਿਰ ਤਲਵਾਇਆ ਅੰਬਰ ਤਾਰਾ। ਨਦੀ ਪਛਾਵਾਂ ਮਾਨਸਾ, ਜਿਸ ਤਰ੍ਹਾਂ ਨਦੀ ਦੇ ਪਾਣੀ ਵਿੱਚ ਮਨੁੱਖਾਂ ਦਾ ਪਰਛਾਵਾਂ ਹੁੰਦਾ ਹੈ। ਸਿਰ ਤਲਵਾਇਆ, ਤੇ ਸਿਰ ਹੇਠਾਂ ਨੂੰ ਕਰਕੇ ਪੈਰ ਉੱਪਰ ਨੂੰ ਕੀਤੇ ਜਿਹੜਾ ਰੁੱਖ ਹੈ, ਰੁੱਖਾਂ ਦਾ ਪਰਛਾਵਾਂ ਹੁੰਦਾ। ਅੰਬਰ ਤਾਰਾ, ਤੇ ਆਕਾਸ਼ ਦੇ ਤਾਰਿਆਂ ਦਾ ਜਿਵੇਂ ਪਰਛਾਵਾਂ ਹੁੰਦਾ। ਨਦੀ ਦੇ ਪਾਣੀ ਵਿੱਚ ਮਨੁੱਖਾਂ ਦਾ ਪਰਛਾਵਾਂ, ਤਾਰਿਆਂ ਦਾ ਪਰਛਾਵਾਂ, ਤੇ ਰੁੱਖਾਂ ਦਾ ਪਰਛਾਵਾਂ। ਕਹਿੰਦੇ ਇਸੇ ਤਰ੍ਹਾਂ ਝੂਠ ਹੈ, ਕਿਉਂਕਿ ਉਹ ਪ੍ਰਤਿਬਿੰਬ ਹੈ, ਉਹ ਅਸਲੀਅਤ ਨਹੀਂ। ਉਹ ਪਾਣੀ ਵਿੱਚ ਸਿਰਫ ਪਰਛਾਵਾਂ ਹੈ, ਭਾਵੇਂ ਉਹ ਤਾਰਿਆਂ ਦਾ ਹੈ, ਰੁੱਖਾਂ ਦਾ ਹੈ, ਮਨੁੱਖਾਂ ਦਾ ਹੈ, ਉਹ ਤਾਂ ਪਰਛਾਵਾਂ ਹੈ, ਸੱਚਾ ਨਹੀਂ। ਝੂਠ ਜਿਹੜਾ ਨਾ ਉਹ ਪਰਛਾਵੇਂ ਵਰਗਾ ਹੁੰਦਾ ਹੈ। ਧੂਅਰ ਧੁੰਦੂਕਾਰ ਹੋਏ, ਤੁਲ ਨ ਘਣਹਰ ਵਰਸਣ ਹਾਰਾ। ਝੂਠ ਜਿਹੜਾ ਹੈ ਉਹ ਧੂਏਂ ਕਰਕੇ ਧੁੰਦੂਕਾਰ ਹੈ। ਧੂਅਰ ਧੁੰਦੂਕਾਰ ਹੈ, ਜਿਵੇਂ ਧੂਏਂ ਵਿੱਚ ਧੁੰਦੂਕਾਰ ਹੀ ਹੁੰਦਾ ਨਾ, ਹਨੇਰਾ ਹੀ ਹਨੇਰਾ। ਝੂਠ ਇਸ ਤਰ੍ਹਾਂ ਦਾ ਹੈ, ਧੂਏਂ ਦੇ ਹਨੇਰੇ ਵਾਂਗੂ ਹੈ। ਤੁਲ ਨ ਘਣਹਰ ਵਰਸਣ ਹਾਰਾ, ਤੇ ਉਹ ਜਿਹੜਾ ਧੂੰਆਂ ਨਾ ਬਾਹਰ ਦਾ, ਉਹ ਵਰਨ ਵਾਲੇ ਬੱਦਲ ਦੀ ਬਰਾਬਰੀ ਨਹੀਂ ਕਰ ਸਕਦਾ। ਦੋ ਤਰ੍ਹਾਂ ਦਾ ਬੱਦਲ ਹੈ, ਇੱਕ ਧੂਏਂ ਦਾ ਬੱਦਲ, ਧੂੰਆਂ ਹੀ ਧੂੰਆਂ। ਦੂਜਾ ਹੈ ਮੀਂਹ ਪਾਉਣ ਵਾਲੇ ਬੱਦਲ। ਬੱਦਲ ਚੜ੍ਹ ਕੇ ਆਉਂਦੇ ਨੇ ਆਕਾਸ਼ ਦੇ ਵਿੱਚ, ਮੀਂਹ ਪਾਉਂਦੇ ਹੈ, ਠੰਡਕ ਮਿਲਦੀ ਹੈ, ਧਰਤੀ 'ਤੇ ਰੌਣਕ ਲੱਗ ਜਾਂਦੀ ਹੈ, ਤਪਸ਼ ਦੂਰ ਹੋ ਜਾਂਦੀ ਹੈ, ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਨੇ, ਜੀਵ ਜੰਤ ਸੁਖੀ ਹੋ ਜਾਂਦੇ ਹੈ। ਸੱਚ ਜਿਹੜਾ ਹੈ ਉਹ ਵਰਨ ਵਾਲੇ ਬੱਦਲ ਵਾਂਗੂ ਹੈ, ਤੇ ਜਿਹੜਾ ਕੂੜ ਹੈ, ਝੂਠ ਹੈ, ਉਹ ਧੂਏਂ ਦੇ ਬੱਦਲਾਂ ਵਰਗਾ ਹੈ। ਉਹਦੇ ਵਿੱਚ ਸਾਹ ਤਾਂ ਘੁੱਟਿਆ ਜਾਵੇਗਾ ਬੰਦੇ ਦਾ,
ਉਹ ਤੋਂ ਲਾਭ ਕੁਛ ਨਹੀਂ। ਸੋ ਇਸ ਤਰ੍ਹਾਂ ਸੱਚ ਤੇ ਝੂਠ ਨੂੰ ਜਾਣੋ। ਸਾਉ ਨ ਸਿਮਰਨ ਸੰਕਰੈ, ਦੀਪਕ ਬਾਝ ਨ ਮਿਟੈ ਅੰਧਾਰਾ। ਸਾਉ ਨ ਸਿਮਰਨ ਸੰਕਰੈ, ਸੰਕਰੈ ਤੋਂ ਭਾਵ ਜਿਹੜੀ ਸ਼ੱਕਰ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸ਼ੱਕਰ ਨੂੰ ਚੇਤੇ ਕਰਨ ਦੇ ਨਾਲ ਕਦੇ ਉਹਦਾ ਸਵਾਦ ਨਹੀਂ ਆਵੇਗਾ। ਜਿਵੇਂ ਭਾਈ ਸਾਹਿਬ ਨੇ ਕਵਿਤਾ ਵਿੱਚ ਵੀ ਇਹ ਸ਼ਬਦ ਵਰਤੇ ਨੇ, ਖਾਂਡ ਖਾਂਡ ਕਹੈ ਜਿਹਵਾ ਨਾ ਸਵਾਦ ਮੀਠੋ ਆਵੇ। ਵੀ ਕੋਈ ਖੰਡ ਖੰਡ ਕਹੀ ਜਾਵੇ, ਉਹਦੀ ਜ਼ੁਬਾਨ ਨੂੰ ਮਿਠਾਸ ਨਹੀਂ ਪ੍ਰਾਪਤ ਹੋਵੇਗੀ। ਖੰਡ ਦਾ ਸਵਾਦ ਨਹੀਂ ਆਉਣਾ ਜਦੋਂ ਤੱਕ ਉਹ ਖੰਡ ਮੂੰਹ ਵਿੱਚ ਨਹੀਂ ਪਾ ਲੈਂਦਾ। ਇਸੇ ਤਰ੍ਹਾਂ ਸਾਉ ਨ ਸਿਮਰਨ ਸ਼ੰਕਰੈ, ਸ਼ੱਕਰ ਨੂੰ ਚੇਤੇ ਕਰਨ ਦੇ ਨਾਲ ਸ਼ੱਕਰ ਦਾ ਸਵਾਦ ਮੁੱਖ ਵਿੱਚ ਨਹੀਂ ਆਉਂਦਾ, ਜ਼ੁਬਾਨ ਮਿੱਠੀ ਨਹੀਂ ਹੁੰਦੀ। ਦੀਪਕ ਬਾਝ ਨਾ ਮਿਟੈ ਅੰਧਾਰਾ, ਤੇ ਦੀਵੇ ਤੋਂ ਬਿਨਾਂ ਹਨੇਰਾ ਦੂਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਸਾਹਿਬ ਨੇ ਸਮਝਾਇਆ ਹੈ ਵੀ ਜਿਹੜਾ ਝੂਠ ਹੈ ਨਾ ਉਹ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਸ਼ੱਕਰ ਸ਼ੱਕਰ ਕਹੀ ਜਾਵੇ ਪਰ ਮੁੱਖ ਮਿੱਠਾ ਨਹੀਂ ਹੁੰਦਾ। ਤੇ ਸੱਚ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਸ਼ੱਕਰ ਨੂੰ ਮੁੱਖ ਵਿੱਚ ਪਾਉਂਦਾ ਹੈ, ਉਹਨੂੰ ਮਿਠਾਸ ਆਉਂਦੀ ਹੈ। ਝੂਠ ਸਿਰਫ ਕਹਿਣ ਮਾਤਰ ਹੀ ਹੈ, ਤੇ ਸੱਚ ਜਿਹੜਾ ਨਾ ਉਹਦੇ ਮਾਰਗ 'ਤੇ ਚੱਲ ਕੇ ਉਸ ਨੂੰ ਮਾਣਿਆ ਜਾਂਦਾ ਹੈ। ਦੀਪਕ ਬਾਝ ਨਾ ਮਿਟੈ ਅੰਧਾਰਾ, ਦੀਵੇ ਤੋਂ ਬਿਨਾਂ ਜਿਵੇਂ ਹਨੇਰਾ ਨਹੀਂ ਮਿਟ ਸਕਦਾ, ਇਸੇ ਤਰ੍ਹਾਂ ਸੱਚ ਨੂੰ ਗ੍ਰਹਿਣ ਕੀਤੇ ਤੋਂ ਬਗੈਰ, ਸੱਚੇ ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਤੋਂ ਬਗੈਰ ਕਦੇ ਵੀ ਅਗਿਆਨਤਾ ਦਾ ਹਨੇਰਾ ਹਿਰਦੇ ਵਿੱਚੋਂ ਦੂਰ ਨਹੀਂ ਹੋ ਸਕਦਾ। ਲੜੈ ਨ ਕਾਗਲ ਲਿਖਿਆ, ਚਿਤ ਚਿਤੇਰੇ ਸਹਿ ਹਥਿਆਰਾ। ਕਾਗਜ਼ ਦੇ ਉੱਪਰ ਚਿਤਰਿਆ ਹੋਇਆ ਸਿਪਾਹੀ ਉਹ ਕਦੇ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਦਾ ਨਹੀਂ ਹੁੰਦਾ। ਚਿੱਤ ਚਿਤੇਰੇ ਸਹਿ ਹਥਿਆਰਾ, ਭਾਵੇਂ ਚਿਤੇਰਾ ਜਿਹੜਾ ਚਿੱਤਰਕਾਰ ਹੈ ਉਸ ਸਿਪਾਹੀ ਦੇ ਹੱਥ ਵਿੱਚ ਸੈਂਕੜੇ ਹਥਿਆਰ ਸ਼ਸਤਰ ਫੜਾ ਦਵੇ, ਪਰ ਉਹ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਦਾ ਨਹੀਂ। ਚਿੱਤਰਕਾਰ ਹੈ ਨਾ ਜਿਹੜਾ ਚਿੱਤਰ ਬਣਾਉਣ ਵਾਲਾ, ਤਸਵੀਰ ਬਣਾਉਣ ਵਾਲਾ, ਉਹ ਕਾਗਜ਼ ਦੇ ਉੱਤੇ ਇੱਕ ਸਿਪਾਹੀ ਬਣਾਵੇ ਅਤੇ ਉਸ ਸਿਪਾਹੀ ਦੇ ਹੱਥ ਵਿੱਚ ਬੰਦੂਕ ਫੜਾ ਦਵੇ, ਬਰਸ਼ਾ ਫੜਾ ਦਵੇ, ਹੋਰ ਸ਼ਸਤਰ ਫੜਾ ਦਵੇ, ਪਰ ਉਹ ਤਾਂ ਕਾਗਜ਼ ਦੇ ਉੱਤੇ ਵਾਹਿਆ ਸਿਪਾਹੀ ਹੈ ਨਾ, ਉਹ ਜੰਗ ਦੇ ਮੈਦਾਨ ਵਿੱਚ ਜਾ ਕੇ ਨਹੀਂ ਲੜਦਾ, ਭਾਵੇਂ ਉਹਦੇ ਹੱਥ ਵਿੱਚ ਸੈਂਕੜੇ ਸ਼ਸਤਰ ਫੜਾ ਦਵੇ ਚਿਤੇਰਾ। ਜੰਗ ਦੇ ਮੈਦਾਨ ਵਿੱਚ ਜਾ ਕੇ ਤਾਂ ਜਿਹੜਾ ਪ੍ਰਤੱਖ ਸਿਪਾਹੀ ਹੈ, ਫੌਜੀ ਹੈ, ਉਹੀ ਲੜੇਗਾ। ਫੋਟੋਆਂ ਵੀ ਕਦੇ ਜੰਗ ਦੇ ਮੈਦਾਨ ਵਿੱਚ ਲੜਦੀਆਂ ਹੁੰਦੀਆਂ, ਕਦੇ ਤਸਵੀਰਾਂ ਵੀ ਲੜਦੀਆਂ, ਕਦੇ ਬੁੱਤ ਵੀ ਲੜਦੇ ਹੈ, ਨਹੀਂ ਲੜਦੇ। ਕੋਈ ਬੁੱਤ ਬਣਾ ਦੇਵੇ ਕਿਸੇ ਸਿਪਾਹੀ ਦਾ, ਉਹਦੇ ਹੱਥ ਵਿੱਚ ਸ਼ਸਤਰ ਫੜਾ ਦੇਵੇ, ਉਹ ਬੁੱਤ ਕਦੇ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਦਾ ਨਹੀਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਝੂਠ ਹੈ ਉਹ ਕਾਗਜ਼ ਦੇ ਉੱਤੇ ਸਿਪਾਹੀ ਦੀ ਬਣੀ ਹੋਈ ਫੋਟੋ ਵਾਂਗ ਹੈ, ਉਹ ਜੰਗ ਦੇ ਮੈਦਾਨ ਵਿੱਚ ਨਹੀਂ ਲੜ ਸਕਦਾ। ਅਤੇ ਜਿਹੜਾ ਸੱਚ ਹੈ ਉਹ ਪ੍ਰਤੱਖ ਸਿਪਾਹੀ ਵਾਂਗ ਹੈ, ਉਹ ਜੰਗ ਦੇ ਮੈਦਾਨ ਵਿੱਚ ਵੈਰੀਆਂ ਨੂੰ ਮਾਰੇਗਾ, ਆਪਣੀ ਦੇਸ਼ ਦੀ, ਕੌਮ ਦੀ ਰੱਖਿਆ ਕਰੇਗਾ। ਸੱਚ ਪ੍ਰਤੱਖ ਸਿਪਾਹੀ ਵਾਂਗ ਹੈ ਅਤੇ ਝੂਠ ਕਾਗਜ਼ ਦੇ ਉੱਪਰ ਉਕਰੇ ਹੋਏ ਸਿਪਾਹੀ ਦੇ ਵਾਂਗ ਹੈ। ਸੱਚ ਕੂੜ ਕਰਤੂਤ ਵਿਚਾਰਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੱਚ ਅਤੇ ਝੂਠ ਦੀ ਕਰਤੂਤ ਦਾ ਵਿਚਾਰ ਇਸ ਤਰ੍ਹਾਂ ਦਾ ਹੈ। ਸੋ ਇਸ ਗੱਲ ਨੂੰ ਸਮਝੋ ਵੀ ਸੱਚ ਜਿਹੜਾ ਹੈ ਉਹ ਪ੍ਰਤੱਖ ਸਿਪਾਹੀ ਹੈ ਅਤੇ ਝੂਠ ਕਾਗਜ਼ 'ਤੇ ਉਕਰਿਆ ਹੋਇਆ ਸਿਪਾਹੀ ਹੈ। ਅਗਲੀ 9ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹੈ ਜਿਹੜਾ ਸੱਚ ਹੈ ਉਹ ਸਦਾ ਹੀ ਸਹਾਇਤਾ ਕਰਨ ਵਾਲਾ ਸਾਥੀ ਹੈ।
ਸੱਚ ਸਮਾਇਣ ਦੁੱਧ ਵਿੱਚ, ਕੂੜ ਵਿਗਾੜ ਕਾਂਜੀ ਦੀ ਚੁੱਖੈ। ਇਸ ਪੌੜੀ ਵਿੱਚ ਭਾਈ ਸਾਹਿਬ ਜੀ ਦੱਸਦੇ ਹੈ ਸੱਚ ਉਹ ਸਮਾਇਣ ਜਾਗ ਵਾਂਗੂ ਹੈ। ਜਿਵੇਂ ਦੁੱਧ ਨੂੰ ਜਾਗ ਲਾਈ ਦੀ ਹੈ, ਦਹੀਂ ਬਣਦਾ ਹੈ ਅਤੇ ਫਿਰ ਉਹਦੇ ਤੋਂ ਮੱਖਣ ਨਿਕਲਦਾ ਹੈ, ਘਿਓ ਬਣਦਾ ਹੈ। ਸੱਚ ਜਿਹੜਾ ਹੈ ਉਹ ਦੁੱਧ ਨੂੰ ਜਮਾਉਣ ਵਾਲੀ ਜਾਗ ਵਾਂਗੂ ਹੈ। ਕੂੜ ਵਿਗਾੜ ਕਾਂਜੀ ਦੀ ਚੁੱਖ ਹੈ, ਅਤੇ ਝੂਠ ਦੁੱਧ ਨੂੰ ਫਟਾਉਣ ਵਾਲੀ ਕਾਂਜੀ ਦੀ ਬੂੰਦ ਵਰਗਾ ਹੈ। ਕਾਂਜੀ ਦੀਆਂ ਬੂੰਦਾਂ ਦੁੱਧ ਵਿੱਚ ਪੈ ਗਈਆਂ, ਦੁੱਧ ਫਟ ਜਾਂਦਾ ਹੈ। ਅਤੇ ਜੇ ਜਾਗ ਲਾਉਣੀ ਦੁੱਧ ਦੇ ਵਿੱਚ ਜਾਗ ਪਾਈਏ ਤਾਂ ਉਹਦਾ ਦਹੀਂ ਬਣ ਜਾਂਦਾ ਹੈ, ਅਤੇ ਫਿਰ ਅੱਗੇ ਮੱਖਣ ਬਣਦਾ ਹੈ, ਲੱਸੀ ਵੱਖਰੀ ਹੋ ਜਾਂਦੀ ਹੈ, ਮੱਖਣ ਤੋਂ ਘਿਓ ਬਣਦਾ ਹੈ, ਉਸ ਘਿਓ ਦੇ ਨਾਲ ਕਈ ਤਰ੍ਹਾਂ ਦੇ ਪਦਾਰਥ ਬਣਦੇ ਨੇ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੱਚ ਜਾਗ ਹੈ, ਅਤੇ ਜਿਹੜਾ ਕੂੜ ਝੂਠ ਹੈ ਨਾ, ਇਹ ਕਾਂਜੀ ਦੀ ਬੂੰਦ ਵਰਗਾ ਹੈ। ਸੱਚ ਭੋਜਨ ਮੋਹਿ ਖਾਵਣਾ, ਇੱਕ ਦਾਣਾ ਨੱਕੈ ਵੱਲ ਦੁਖੈ। ਸੱਚ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਆਪਾਂ ਮੁੱਖ ਵਿੱਚ ਭੋਜਨ ਪਾਉਂਦੇ ਹਾਂ, ਸਵਾਦਿਸ਼ਟ ਪਦਾਰਥ ਹੈ, ਮੂੰਹ ਵਿੱਚ ਬੁਰਕੀ ਪਾਉਂਦੇ ਹਾਂ, ਕੋਈ ਵੀ ਪਦਾਰਥ ਆਪਾਂ ਖਾਂਦੇ ਹਾਂ ਉਹਦਾ ਰਸ ਮਾਣਦੇ ਹਾਂ। ਸੱਚ ਇਸ ਤਰ੍ਹਾਂ ਹੈ ਜਿਵੇਂ ਮੁੱਖ ਰਾਹੀਂ ਭੋਜਨ ਖਾਈਦਾ ਹੈ, ਸੁਖਦਾਈ ਹੈ। ਇੱਕ ਦਾਣਾ ਨੱਕੈ ਵੱਲ ਦੁੱਖ ਹੈ, ਅਤੇ ਝੂਠ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਇੱਕ ਨਿੱਕਾ ਜਿਹਾ ਦਾਣਾ ਜਿਹੜਾ ਨਾ ਉਹ ਨੱਕ ਵੱਲ ਚਲਿਆ ਜਾਵੇ, ਦੁਖਦਾਈ ਹੁੰਦਾ ਹੈ, ਉੱਥੂ ਆ ਜਾਂਦਾ ਬੰਦੇ ਨੂੰ। ਜਦੋਂ ਆਪਾਂ ਭੋਜਨ ਛਕਦੇ ਹਾਂ ਨਾ, ਕਈ ਵਾਰ ਮੁੱਖ ਵਿੱਚ ਬੁਰਕੀ ਪਾਈ, ਭੋਜਨ ਮੁੱਖ ਵਿੱਚ ਪਾਇਆ, ਬੰਦਾ ਚਬਾਉਂਦਾ ਹੈ, ਖਾਂਦਾ ਹੈ, ਪਰ ਜੇ ਇੱਕ ਵੀ ਦਾਣਾ ਭੋਜਨ ਦਾ ਨੱਕ ਵਾਲੇ ਪਾਸੇ ਚਲਿਆ ਗਿਆ, ਉਹ ਫਿਰ ਦੁਖਦਾਈ ਹੁੰਦਾ, ਦੁੱਖ ਦਿੰਦਾ ਹੈ। ਜਿਹੜਾ ਝੂਠ ਹੈ ਨਾ ਉਹ ਦੁੱਖ ਦੇਣ ਵਾਲਾ ਹੈ, ਸੱਚ ਸਦਾ ਸੁਖ ਦੇਣ ਵਾਲਾ ਹੈ। ਫਲਹੁ ਰੁੱਖ ਰੁੱਖਹੁ ਸੋ ਫਲ, ਅੰਤ ਕਾਲ ਖੋ ਲੱਖਹੁ ਰੁੱਖੈ। ਭਾਈ ਸਾਹਿਬ ਜੀ ਅਗਲਾ ਦ੍ਰਿਸ਼ਟਾਂਤ ਦਿੰਦੇ ਹੈ, ਫਲਹੁ ਰੁੱਖ, ਕਹਿੰਦੇ ਜਿਹੜਾ ਸੱਚ ਹੈ ਉਹ ਇਸ ਤਰ੍ਹਾਂ ਦਾ ਹੈ ਜਿਵੇਂ ਫਲ ਤੋਂ ਰੁੱਖ ਹੁੰਦਾ ਹੈ ਅਤੇ ਰੁੱਖ ਤੋਂ ਫਿਰ ਫਲ ਹੁੰਦਾ ਹੈ। ਸੱਚ ਜਿਹੜਾ ਉਹ ਇਸ ਤਰ੍ਹਾਂ ਦਾ ਹੈ, ਫਲ ਤੋਂ ਰੁੱਖ ਅਤੇ ਰੁੱਖ ਤੋਂ ਫਲ ਪੈਦਾ ਹੁੰਦਾ ਹੈ। ਅੰਤ ਕਾਲ ਖੋ ਲੱਖਹੁ ਰੁੱਖ ਹੈ, ਅਤੇ ਝੂਠ ਜਿਵੇਂ ਰੁੱਖ ਨੂੰ ਲਾਖ ਪੈ ਜਾਵੇ ਉਹਦੇ ਵਾਂਗ ਹੈ। ਉਹ ਰੁੱਖ ਨੂੰ ਲਾਖ ਪੈ ਜਾਵੇ ਤਾਂ ਰੁੱਖ ਦਾ ਖਾਤਮਾ ਹੋ ਜਾਂਦਾ ਹੈ, ਰੁੱਖ ਖਤਮ ਹੋ ਜਾਂਦਾ, ਨਾਸ਼ ਹੋ ਜਾਂਦਾ ਜੇ ਰੁੱਖ ਨੂੰ ਲਾਖ ਪੈ ਗਈ। ਸੱਚ ਜਿਹੜਾ ਹੈ ਉਹ ਹਰਿਆ ਭਰਿਆ ਦਰਖਤ, ਉਹਨੂੰ ਫਲ ਲੱਗਦੇ ਹੈ, ਉਹਨਾਂ ਫਲਾਂ ਤੋਂ ਅੱਗੇ ਫਿਰ ਰੁੱਖ ਹੁੰਦੇ ਹੈ, ਰੁੱਖਾਂ ਨੂੰ ਫਿਰ ਸੁੰਦਰ ਮਿੱਠੇ ਫਲ ਲੱਗਦੇ ਹੈ। ਸੱਚ ਇਸ ਤਰ੍ਹਾਂ ਦਾ ਹੈ ਜਿਹੜਾ ਰੁੱਖਾਂ ਤੋਂ ਮਿੱਠੇ ਰਸਦਾਇਕ ਫਲ ਦੇਣ ਵਾਲਾ ਉਹ ਸੱਚ ਹੈ, ਅਤੇ ਝੂਠ ਰੁੱਖ ਨੂੰ ਨਾਸ਼ ਕਰਨ ਵਾਲਾ, ਜਿਵੇਂ ਰੁੱਖ ਨੂੰ ਲਾਖ ਪੈ ਜਾਵੇ। 100 ਵਰਿਆ ਅੱਗ ਰੁੱਖ ਵਿੱਚ, ਭਸਮ ਕਰੈ ਅੱਗ ਬਿੰਦਕ ਧੁਖੈ। ਸੈਂਕੜੇ ਸਾਲ ਅੱਗ ਰੁੱਖ ਵਿੱਚ ਰਹਿੰਦੀ ਹੈ, ਪਰ ਥੋੜ੍ਹੀ ਜਿਹੀ ਧੁੱਖ ਦੀ ਅੱਗ ਜੇ ਰੁੱਖ ਨੂੰ ਪੈ ਜਾਵੇ ਤਾਂ ਉਹ ਸੜ ਕੇ ਸੁਆਹ ਕਰ ਦਿੰਦੀ ਹੈ। ਰੁੱਖ ਦੇ ਵਿੱਚ ਅਗਨੀ ਹੈ, ਹਰਿਆਂ ਰੁੱਖਾਂ ਦੇ ਵਿੱਚ ਵੀ ਹੈ। ਸੈਂਕੜੇ ਸਾਲ ਰੁੱਖ ਖਲੋਤੇ ਰਹਿਣ, ਉਹ ਅਗਨੀ ਰੁੱਖਾਂ ਦੇ ਵਿੱਚ ਹੈ, ਅਤੇ ਜਿਹੜੀ ਅਗਨੀ ਰੁੱਖ ਦੇ ਵਿੱਚ ਹੈ ਉਸ ਰੁੱਖ ਨੂੰ ਵਧਾਉਂਦੀ ਹੈ, ਪ੍ਰਫੁੱਲਤ ਕਰਦੀ ਹੈ, ਉਹਦੇ ਕਰਕੇ ਫਲ ਲੱਗਦੇ ਨੇ, ਫਲਾਂ ਦੇ ਵਿੱਚ ਮਿਠਾਸ ਹੈ। ਪਰ ਜੇ ਪ੍ਰਤੱਖ ਚੰਗਿਆੜੀ ਪੈ ਜਾਵੇ ਤਾਂ ਉਹ ਜੰਗਲਾਂ ਦੇ ਜੰਗਲ ਸਾੜ ਕੇ ਨਾਸ਼ ਕਰ ਦਿੰਦੀ ਹੈ। ਮਨੁੱਖੀ ਸਰੀਰ ਦੇ ਵਿੱਚ ਵੀ ਅਗਨੀ ਹੈ, ਸਰੀਰ ਨੂੰ ਵਧਣ ਫੁੱਲਣ ਦੇ ਵਿੱਚ ਸਹਾਇਕ ਹੁੰਦੀ ਹੈ, ਪਰ ਉੱਦਾਂ
ਉੱਦਾਂ ਅੱਗ ਸਾੜ ਕੇ ਸਰੀਰ ਨੂੰ ਵੀ ਸੁਆਹ ਕਰ ਦਿੰਦੀ, ਰੁੱਖਾਂ ਨੂੰ ਵੀ ਸੁਆਹ ਕਰ ਦਿੰਦੀ ਹੈ। ਸੱਚ ਜਿਹੜਾ ਨਾ ਉਹ ਰੁੱਖਾਂ ਦੇ ਵਿੱਚ ਉਸ ਅਗਨੀ ਵਰਗਾ ਹੈ ਜਿਹੜੀ ਅੱਗ ਸੈਂਕੜੇ ਵਰ੍ਹੇ ਰੁੱਖ ਵਿੱਚ ਰਹਿ ਕੇ ਰੁੱਖ ਨੂੰ ਪ੍ਰਫੁੱਲਤ ਕਰਦੀ ਹੈ, ਅਤੇ ਝੂਠ ਉਸ ਅੱਗ ਵਰਗਾ ਹੈ ਜਿਹੜੀ ਅੱਗ ਰੁੱਖਾਂ ਨੂੰ, ਪਸ਼ੂਆਂ ਪੰਛੀਆਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਸੱਚ ਦਾਰੂ ਕੂੜ ਰੋਗ ਹੈ, ਵਿਣ ਗੁਰ ਵੈਦ ਵੇਦਨ ਮਨ ਮੁਖੈ। ਝੂਠ ਜਿਹੜਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਰੋਗ ਹੈ। ਸੱਚ ਦਾਰੂ, ਸੱਚ ਦਾਰੂ ਹੈ, ਦਾਰੂ ਦਾ ਮਤਲਬ ਔਸ਼ਧੀ, ਦਵਾਈ। ਸੱਚ ਔਸ਼ਧੀ ਹੈ, ਦਵਾਈ ਹੈ, ਅਤੇ ਝੂਠ ਇਹ ਰੋਗ ਵਰਗਾ ਹੈ। ਵਿਣ ਗੁਰ ਵੈਦ ਵੇਦਨ ਮਨ ਮੁਖੈ। ਗੁਰੂ ਵੈਦ ਤੋਂ ਬਿਨਾਂ ਮਨਮੁੱਖਾਂ ਨੂੰ ਸਦਾ ਹੀ ਵੇਦਨ ਪੀੜਾ ਬਣੀ ਰਹਿੰਦੀ ਹੈ, ਉਹ ਸਦਾ ਹੀ ਦੁਖੀ ਰਹਿੰਦੇ ਨੇ ਗੁਰੂ ਵੈਦ ਤੋਂ ਬਿਨਾਂ, ਕਿਉਂਕਿ ਗੁਰੂ ਵੈਦ ਸੱਚ ਨਾਮ ਰੂਪ ਔਸ਼ਧੀ ਦਿੰਦਾ ਹੈ, ਜਿਹਦੇ ਨਾਲ ਸਾਰੇ ਹੀ ਰੋਗ ਦੂਰ ਹੋ ਜਾਂਦੇ ਹੈ। ਹਉਮੈ ਦਾ ਰੋਗ, ਹੋਰ ਆਦਿ ਵਿਆਧੀ ਉਪਾਧੀ ਸਾਰੇ ਹੀ ਤਾਪ ਖਤਮ ਹੋ ਜਾਂਦੇ ਹੈ। ਗੁਰੂ ਵੈਦ ਐਸਾ ਹੈ। ਸੱਚ ਦਾਰੂ ਹੈ, ਅਤੇ ਜਿਹੜਾ ਝੂਠ ਹੈ ਉਹ ਰੋਗ ਹੈ। ਸੱਚ ਸਥੋਈ ਕੂੜ ਠੱਗ, ਲੱਗੈ ਦੁਖ ਨਾ ਗੁਰਮੁਖ ਸੁਖੈ। ਸੱਚ ਸਹਾਇਤਾ ਕਰਨ ਵਾਲਾ ਸਾਥੀ ਹੈ, ਸੱਚ ਸਦਾ ਹੀ ਸਹਾਈ ਹੁੰਦਾ ਹੈ। ਕੂੜ ਠੱਗ, ਅਤੇ ਝੂਠ ਜਿਹੜਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਠੱਗ ਹੈ। ਠੱਗ ਬੰਦੇ ਦੇ ਨੇੜੇ ਨਹੀਂ ਬੰਦਾ ਜਾਂਦਾ, ਉਹਦੇ ਨਾਲ ਦੋਸਤੀ ਨਹੀਂ ਪਾਉਂਦਾ ਵੀ ਇਹ ਧੋਖਾ ਦੇਵੇਗਾ, ਇਹ ਮੇਰੇ ਨਾਲ ਵੀ ਠੱਗੀ ਕਰੇਗਾ। ਤਾਂ ਗੁਰਮੁਖ ਜਿਹੜੇ ਹੈ ਉਹ ਉਹਨਾਂ ਦੀ ਦੋਸਤੀ ਸੱਚ ਦੇ ਨਾਲ ਹੈ, ਕੂੜ ਦੇ ਨਾਲ ਨਹੀਂ ਹੁੰਦੀ। ਸੋ ਸੱਚ ਸਦਾ ਹੀ ਸਹਾਇਤਾ ਕਰਨ ਵਾਲਾ ਸਾਥੀ ਹੈ, ਝੂਠ ਜਿਹੜਾ ਹੈ ਉਹ ਠੱਗ ਹੈ। ਲੱਗੈ ਦੁੱਖ ਨਾ ਗੁਰਮੁਖ ਸੁਖ ਹੈ। ਗੁਰਮੁਖਾਂ ਨੂੰ ਕਦੇ ਵੀ ਦੁੱਖ ਨਹੀਂ ਲੱਗਦਾ, ਉਹ ਸਦਾ ਹੀ ਸੁਖ ਮਾਣਦੇ ਹੈ, ਕਿਉਂਕਿ ਉਹਨਾਂ ਦਾ ਸਾਥੀ ਹੈ ਸੱਚ। ਸੱਚ ਉਹਨਾਂ ਦਾ ਮਿੱਤਰ ਹੈ, ਇਸ ਲਈ ਉਹ ਦੁਖੀ ਨਹੀਂ ਹੁੰਦੇ ਕਦੇ ਵੀ। ਕੂੜ ਪਚੈ ਸੱਚੈ ਦੀ ਭੁੱਖੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਕੂੜ ਹੈ ਨਾ ਉਹ ਪਚ ਜਾਂਦਾ, ਖਪ ਜਾਂਦਾ ਹੈ। ਸੱਚੈ ਦੀ ਭੁੱਖ ਹੈ, ਅਤੇ ਸੱਚ ਦੀ ਸਾਰਿਆਂ ਨੂੰ ਹੀ ਭੁੱਖ ਰਹਿੰਦੀ ਹੈ ਕਿ ਜਿਹੜਾ ਮੇਰਾ ਦੋਸਤ ਹੈ, ਸੰਗੀ ਹੈ, ਸਾਥੀ ਹੈ, ਉਹ ਸੱਚਾ ਹੋਵੇ, ਠੱਗੀ ਕਰਨ ਵਾਲਾ ਨਾ ਹੋਵੇ, ਧੋਖਾ ਕਰਨ ਵਾਲਾ ਨਾ ਹੋਵੇ। ਸੱਚ ਦੀ ਭੁੱਖ ਸਾਰਿਆਂ ਨੂੰ ਰਹਿੰਦੀ ਹੈ। ਸੋ ਇਸੇ ਤਰ੍ਹਾਂ ਕੂੜ ਪਚੈ ਸੱਚੈ ਦੀ ਭੁੱਖ ਹੈ। ਸੱਚ ਦੀ ਭੁੱਖ ਲੱਗਿਆਂ ਭਾਵ ਸੱਚ ਦੀ ਇੱਛਾ ਕਰਨ ਦੇ ਨਾਲ ਕੂੜ ਨਾਸ਼ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਅਗਲੀ 10ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ ਜਿਹੜਾ ਸੱਚ ਨੂੰ ਗ੍ਰਹਿਣ ਕਰਨ ਵਾਲਾ ਪੁਰਸ਼ ਹੈ ਉਹ ਸਦਾ ਅਰੋਗ ਰਹਿੰਦਾ ਹੈ, ਰੋਗਾਂ ਤੋਂ ਰਹਿਤ ਰਹਿੰਦਾ ਹੈ। ਕੂੜ ਕਪਟ ਹਥਿਆਰ ਜਿਉ, ਸੱਚ ਰਖਵਾਲਾ ਸਿਲਹਿ ਸੰਜੋਆ। ਕੂੜ ਜਿਹੜਾ ਹੈ ਇਹ ਧੋਖੇ ਵਾਲੇ ਸ਼ਸਤਰ ਵਾਂਗ ਹੈ, ਜਿਹੜਾ ਸੱਚ ਹੈ ਇਹ ਲੋਹੇ ਦੀ ਸੰਜੋ ਵਾਂਗੂ ਰੱਖਿਆ ਕਰਨ ਵਾਲਾ ਹੈ, ਰਖਵਾਲਾ ਹੈ। ਧੋਖੇ ਦੇ ਸ਼ਸਤਰ, ਬਨਾਵਟੀ ਸ਼ਸਤਰ, ਕੂੜ ਜਿਹੜਾ ਹੈ ਉਹ ਬਨਾਵਟੀ ਹਥਿਆਰਾਂ ਵਰਗਾ ਹੈ, ਉਹ ਕਦੇ ਰੱਖਿਆ ਨਹੀਂ ਕਰਦੇ ਹੁੰਦੇ। ਅਤੇ ਜਿਹੜਾ ਸੱਚ ਹੈ ਲੋਹੇ ਦੀ ਸੰਜੋ ਵਰਗਾ ਹੈ। ਪੁਰਾਣੇ ਸਮੇਂ ਵਿੱਚ ਲੋਹੇ ਦਾ ਜਾਲੀਦਾਰ ਕੁੜਤਾ ਹੁੰਦਾ ਸੀ। ਸਿਪਾਹੀ ਸੂਰਮੇ ਫੌਜੀ ਜੰਗ ਵਿੱਚ ਜਾਣ ਵੇਲੇ ਲੋਹੇ ਦੀ ਸੰਜੋ ਆਪਣੇ ਤਨ 'ਤੇ ਪਾਉਂਦੇ ਸਨ, ਜੋ ਤੀਰਾਂ ਤੋਂ, ਤਲਵਾਰਾਂ ਤੋਂ, ਨੇਜੇ ਤੋਂ ਰੱਖਿਆ ਕਰਦੀ ਸੀ। ਅੱਜ ਕੱਲ੍ਹ ਉਹਦਾ ਰੂਪ ਬੁਲਟ ਪ੍ਰੂਫ ਜਾਕਟ ਹੈ ਜੋ ਸਿਪਾਹੀ ਪਾਉਂਦੇ ਹੈ, ਫੌਜੀ ਪਾਉਂਦੇ ਹੈ। ਸੱਚ ਜਿਹੜਾ ਹੈ ਉਹ ਲੋਹੇ ਦੀ ਸੰਜੋ ਵਰਗਾ ਸਹਾਇਤਾ ਕਰਨ ਵਾਲਾ, ਸਰੀਰ ਦੀ ਰੱਖਿਆ ਕਰਨ ਵਾਲਾ ਹੈ। ਅਤੇ ਝੂਠ ਜਿਹੜਾ ਹੈ ਉਹ ਧੋਖੇ ਵਾਲੇ ਹਥਿਆਰਾਂ ਵਰਗਾ ਹੈ, ਉਹ ਹਥਿਆਰ ਜਿਹੜਾ ਰੱਖਿਆ ਨਹੀਂ ਕਰਦਾ, ਕੰਮ ਦੇਣ ਵਾਲਾ ਨਹੀਂ ਹੈ।
ਕੂੜ ਵੈਰੀ ਨਿਤ ਜੋਹਦਾ, ਸੱਚ ਸੁਮਿਤ ਹਿਮਾਇਤ ਹੋਆ। ਝੂਠ ਦੁਸ਼ਮਣ ਦੇ ਵਾਂਗ ਸਦਾ ਹੀ ਤਾੜਦਾ ਰਹਿੰਦਾ, ਤੱਕਦਾ ਰਹਿੰਦਾ। ਜਿਵੇਂ ਦੁਸ਼ਮਣ ਤੱਕਦਾ ਨਾ, ਕਦੋਂ ਮੌਕਾ ਮਿਲੇ ਤੇ ਮੈਂ ਇਹਨੂੰ ਪਾਰ ਬੁਲਾਵਾਂ, ਮਾਰ ਦਿਆਂ, ਮੁਕਾ ਦਿਆਂ। ਝੂਠ ਇਸ ਤਰ੍ਹਾਂ ਦਾ ਹੈ, ਉਹ ਸਦਾ ਹੀ ਵੈਰੀ ਵਾਂਗ ਤੱਕਦਾ ਰਹਿੰਦਾ ਹੈ ਤੇ ਪਤਾ ਨਹੀਂ ਝੂਠ ਨੇ ਕਿੱਥੇ ਬੰਦੇ ਨੂੰ ਢਾਹ ਲੈਣਾ। ਜਿਹੜਾ ਝੂਠਾ ਬੰਦਾ ਪਤਾ ਨਹੀਂ ਕਿੱਥੇ ਡਿੱਗ ਜਾਣਾ ਉਸਨੇ। ਸੱਚ ਜਿਹੜਾ ਹੈ ਸੁਮਿਤ, ਉਹ ਚੰਗੇ ਮਿੱਤਰ ਵਰਗਾ ਹੈ, ਸਦਾ ਹੀ ਸਹਾਇਤਾ ਕਰਨ ਵਾਲਾ। ਚੰਗਾ ਮਿੱਤਰ ਜਿਹੜਾ ਹੁੰਦਾ ਸਦਾ ਹੀ ਮਦਦ ਕਰਦਾ ਹੈ। ਉਹ ਹਮੇਸ਼ਾ ਵੇਖਦਾ ਹੈ ਵੀ ਕਿੱਥੇ ਮੇਰੀ ਲੋੜ ਹੈ, ਮੈਂ ਇਸ ਦੀ ਸਹਾਇਤਾ ਕਰਾਂ। ਸੂਰਵੀਰ ਵਰਿਆਮ ਸੱਚ, ਕੂੜ ਕੁੜਾਵਾ ਕਰਦਾ ਢੋਆ। ਵਰਿਆਮ ਕਹਿੰਦੇ ਨੇ ਬਹਾਦਰ ਨੂੰ। ਜਿਹੜਾ ਸੱਚ ਹੈ ਉਹ ਬਹਾਦਰ ਸੂਰਮੇ ਵਰਗਾ ਹੈ ਤੇ ਝੂਠ ਉਹਦਾ ਝੂਠਾ ਹੀ ਮਿਲਾਪ ਹੈ, ਉਹ ਝੂਠਾ ਹੀ ਮਿਲਾਪ ਕਰਦਾ ਹੈ। ਸੱਚ ਜਿਹੜਾ ਉਹ ਬਹਾਦਰ ਸੂਰਮੇ ਵਰਗਾ ਹੈ, ਉਹ ਆਪਣੀ ਰੱਖਿਆ ਆਪ ਕਰਨੀ ਜਾਣਦਾ ਹੈ, ਜੂਝਦਾ ਹੈ। ਤੇ ਝੂਠ ਦਾ ਮਿਲਾਪ ਝੂਠਾ ਹੀ ਹੁੰਦਾ ਹੈ, ਉਹਦੇ ਨਾਲ ਕੋਈ ਰੱਖਿਆ ਨਹੀਂ ਹੁੰਦੀ ਤੇ ਉਹ ਫਿਰ ਜੂਝਦਾ ਵੀ ਨਹੀਂ ਹੈ, ਕਿਉਂਕਿ ਝੂਠ ਸੱਚ ਦੇ ਸਾਹਮਣੇ ਕਦੇ ਖੜਦਾ ਨਹੀਂ ਹੈ। ਨਿਹਚਲ ਸੱਚ ਸੁਥਾਏ ਹੈ, ਲਰਜੈ ਕੂੜ ਕੁਥਾਏ ਖੜੋਆ। ਸੱਚ ਜਿਹੜਾ ਹੈ ਨਿਹਚਲ, ਅਚਲ ਇੱਕ ਥਾਂ 'ਤੇ ਟਿਕਿਆ ਹੋਇਆ। ਸੱਚ ਇੱਕ ਥਾਂ 'ਤੇ ਅਚਲ ਅਤੇ ਚੰਗੀ ਥਾਂ 'ਤੇ ਸਦਾ ਹੀ ਖਲੋਤਾ ਰਹਿੰਦਾ ਹੈ। ਲਰਜੈ ਕੂੜ ਕੁਥਾਏ ਖੜੋਆ, ਅਤੇ ਜਿਹੜਾ ਝੂਠ ਹੈ ਕੁਥਾਏ, ਭੈੜਾ ਥਾਂ, ਗੰਦੀ ਥਾਂ 'ਤੇ ਖਲੋਤਾ ਹੋਇਆ ਸਦਾ ਹੀ ਕੰਬਦਾ ਰਹਿੰਦਾ ਹੈ। ਸੱਚਾ ਉਹ ਟਿਕਦਾ ਹੈ, ਖਲੋਂਦਾ ਹੈ ਅਤੇ ਝੂਠ ਜਿਹੜਾ ਹੈ ਉਹ ਕਦੇ ਵੀ ਇੱਕ ਥਾਂ 'ਤੇ ਟਿਕਦਾ ਨਹੀਂ, ਸਦਾ ਡੋਲਦਾ ਰਹਿੰਦਾ ਹੈ, ਕੰਬਦਾ ਰਹਿੰਦਾ ਹੈ ਅਤੇ ਗੰਦੇ ਥਾਂ 'ਤੇ ਖਲੋਤਾ ਰਹਿੰਦਾ ਹੈ। ਸੱਚ ਫੜ ਕੂੜ ਪਛਾੜਿਆ, ਚਾਰ ਚੱਕ ਵੇਖਣ ਤ੍ਰੈ ਲੋਆ। ਸੱਚ ਨੇ ਝੂਠ ਨੂੰ ਫੜ ਕੇ ਪਛਾੜ ਦਿੱਤਾ, ਪਟਕਾ ਕੇ ਜ਼ਮੀਨ 'ਤੇ ਮਾਰਿਆ। ਸੱਚ ਐਸਾ ਹੈ ਜਿਹੜਾ ਝੂਠ ਨੂੰ ਵਾਲੋਂ ਫੜ ਕੇ ਚਾਟੀ ਥੱਲੇ ਸੁੱਟ ਲੈਂਦਾ ਹੈ। ਚਾਰ ਚੱਕ ਵੇਖਣ ਤ੍ਰੈ ਲੋਆ, ਚਾਰੇ ਚੱਕ ਤੇ ਤਿੰਨਾਂ ਹੀ ਲੋਕਾਂ ਦੇ ਲੋਕ ਇਹ ਵਰਤਾਰਾ ਵੇਖਦੇ ਹੈ ਕਿ ਸੱਚ ਦੀ ਜੈ ਜੈਕਾਰ ਹੁੰਦੀ ਹੈ ਅਤੇ ਝੂਠ ਕਦੇ ਵੀ ਟਿਕਦਾ ਨਹੀਂ ਹੁੰਦਾ। ਸੱਚ ਦੇ ਸਾਹਮਣੇ ਝੂਠ ਕਦੇ ਵੀ ਨਹੀਂ ਖੜਦਾ ਹੈ। ਕੂੜ ਕਪਟ ਰੋਗੀ ਸਦਾ, ਸੱਚ ਸਦਾ ਹੀ ਨਵਾਂ ਨਿਰੋਆ। ਝੂਠ ਜਿਹੜਾ ਹੈ, ਝੂਠਾ ਪੁਰਸ਼ ਰੋਗੀ ਸਦਾ, ਉਹ ਸਦਾ ਹੀ ਵਲ ਛਲ ਕਰਨ ਕਰਕੇ ਰੋਗੀ ਹੈ, ਰੋਗਾਂ ਦਾ ਮਾਰਿਆ ਹੋਇਆ ਹੈ ਝੂਠਾ ਪੁਰਸ਼। ਸੱਚ ਸਦਾ ਹੀ ਨਵਾਂ ਨਿਰੋਆ, ਅਤੇ ਜਿਹੜਾ ਸੱਚ ਹੈ, ਸਚਿਆਰ ਹੈ, ਸੱਚਾ ਪੁਰਸ਼ ਹੈ, ਉਹ ਸਦਾ ਹੀ ਨਵਾਂ ਨਿਰੋਆ ਹੈ, ਅਰੋਗ ਹੈ, ਉਹਨੂੰ ਕੋਈ ਰੋਗ ਨਹੀਂ ਹੈ, ਤੰਦਰੁਸਤ ਹੈ ਅਤੇ ਉਹ ਸਦਾ ਹੀ ਮਾਲਕ ਦੀਆਂ ਖੁਸ਼ੀਆਂ ਮਾਣਦਾ ਹੈ। ਸੋ ਸੱਚਾ ਬੰਦਾ ਉਹ ਅਰੋਗੀ ਹੈ ਅਤੇ ਝੂਠਾ ਬੰਦਾ ਅਰੋਗੀ ਹੈ। ਸੱਚ ਸੱਚਾ ਕੂੜ ਕੂੜ ਵਿਖੋਆ। ਸੱਚ ਬੋਲਣ ਵਾਲਾ ਸੱਚਾ ਹੈ ਅਤੇ ਝੂਠ ਬੋਲਣ ਵਾਲਾ ਸਦਾ ਹੀ ਕੂੜ ਵਿਖੋਆ, ਉਹ ਝੂਠਾ ਹੀ ਦਿਖਾਈ ਦਿੰਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ, ਉਗਰ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾ ਆਇਆ। ਉਹ ਤਾਂ ਪ੍ਰਗਟ ਹੋ ਜਾਂਦਾ ਸਾਰਿਆਂ ਦੇ ਸਾਹਮਣੇ ਵੀ ਇਹ ਝੂਠਾ ਹੈ ਅਤੇ ਸੱਚ ਸਦਾ ਹੀ ਰਹਿਣ ਵਾਲਾ ਹੈ, ਸਦਾ ਹੀ ਇੱਕ ਥਾਂ 'ਤੇ ਖਲੋਣ ਵਾਲਾ ਹੈ, ਉਹ ਸੂਰਮਾ ਹੈ। ਅਤੇ ਐਸੇ ਸੱਚੇ ਜਿਹੜੇ ਨੇ ਉਹੀ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੁੰਦੇ ਹੈ, ਕਬੂਲ ਹੁੰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਦੋ ਨਹੀਂ ਸੈਂਕੜੇ ਹੀ ਉਦਾਹਰਣਾਂ ਦਿੱਤੀਆਂ ਨੇ, ਸੱਚ ਕਿਹੋ ਜਿਹਾ ਹੈ ਅਤੇ ਝੂਠ ਕਿਸ ਤਰ੍ਹਾਂ ਦਾ ਹੁੰਦਾ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਕੂੜ ਕਪਟ ਰੋਗੀ ਸਦਾ,
ਸੱਚ ਸਦਾ ਹੀ ਨਵਾਂ ਨਿਰੋਆ। ਸੱਚ ਸੱਚਾ ਕੂੜ ਕੂੜ ਵਿਖੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।